ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਸ਼ੈਲਿੰਦਰ ਕੁਮਾਰ ਜੀ, ਤੁਹਾਡਾ ਦੋਸਤ ਮਿੱਤਰ। ਸੋ ਅੱਜ ਦਾ ਜਿਹੜਾ ਬਲੌਗ ਆ, ਅੱਜ ਇੱਧਰ ਆਏ ਹੋਏ ਆ ਪੱਲੀਆਂ ਖੁਰਦ ਸੰਤਾਂ ਵੱਲ, ਅਤੇ ਉੱਥੋਂ ਫਿਰ ਸਵੇਰਾ ਐਤਵਾਰ ਦਾ ਦਿਨ ਆ ਅੱਜ, ਅਤੇ ਤਰੀਕ ਅੱਜ ਹੋ ਗਈ ਮੇਰੇ ਖਿਆਲ 'ਚ 21 ਨਵੰਬਰ 2021 ਦਿਨ ਐਤਵਾਰ। 19 ਕੱਲ੍ਹ 20 ਸੀ ਨਾ, ਹਾਂਜੀ 21 ਤਰੀਕ ਹੈ ਜੀ। ਸੋ ਦਿਲ 'ਚ ਆਇਆ ਕਿ ਸੈਰ ਕਰਦਾ ਹਾਂ ਮੈਂ ਇੱਧਰ, ਅਤੇ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਕੀਤੀ ਜਾਵੇ। ਕੁਛ ਦਿਲ 'ਚ ਵਿਚਾਰ ਆਏ ਸੀ ਅਤੇ ਮੈਂ ਕਿਹਾ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੇ ਕਰਨੇ ਆ, ਹੋਰ ਕਿੰਨਾ ਕਰਨੇ ਆ। ਸੋ ਬੜਾ ਆਨੰਦ ਆ ਰਿਹਾ, ਖੁਸ਼ੀ ਹੋ ਰਹੀ ਆ। ਕੁਦਰਤ ਵਿੱਚ ਜਦੋਂ ਆਪਾਂ ਚੱਲਦੇ ਹਾਂ, ਕੁਦਰਤ ਦੇ ਨਾਲ ਇੱਕ ਮਿਕ ਹੁੰਦੇ ਹਾਂ, ਅਤੇ ਮਹਾਰਾਜ ਰੰਗ ਭਾਗ ਲਾਉਣ ਵਾਲੇ ਆ ਅਸਲ 'ਚ, ਅਤੇ ਬੜਾ ਬੜਾ ਆਨੰਦ ਆਉਂਦਾ ਹੈ, ਤੋਂ ਖੁਸ਼ੀ ਸਾਂਝੀ ਕੀਤੀ ਜਾਵੇ। ਸੋ ਮੈਂ ਇਸ ਰੋਡ 'ਤੇ ਆ, ਮੈਂ ਤੁਹਾਨੂੰ ਦਰਸ਼ਾਂ ਕਿ ਆਹ ਉਸਮਾਨਪੁਰ ਇੱਥੋਂ 1 ਕਿਲੋਮੀਟਰ ਰਹਿ ਗਿਆ ਜੀ। ਮੈਂ ਨਹਿਰ ਨਾਲ ਹੈੱਡ ਵਰਕਸ ਤੋਂ ਪੱਲੀਆਂ ਤੋਂ ਨਹਿਰ ਵੱਲ ਨੂੰ ਜਾ ਰਿਹਾ, ਠੀਕ ਹੈ ਜੀ। ਅਤੇ ਮੈਂ ਤੁਹਾਨੂੰ ਮਿਲਾਉਂਦਾ ਆਪਣੇ ਮਿੱਤਰ ਨਾਲ। ਰੋਮੀਓ ਤੇਰੀ ਵੀਡੀਓ ਬਣਾਉਣੀ ਆ। ਹਾਂ ਤੂੰ ਬਹੁਤ ਸ਼ੈਤਾਨ ਹੋਈ ਜਾਂਦਾ। ਹਾਂ ਕਿੱਦਾਂ ਇੱਦਾਂ ਤੁਹਾਨੂੰ ਆ, ਹਾਂ ਕਿੱਦਾਂ ਠੀਕ ਆ? ਚੱਲ ਫਾਇਰ ਕਰਦੇ, ਫਾਇਰ। ਅੱਛਾ ਬਸ, ਇਹ ਜੀ ਮੇਰਾ ਸਾਥੀ ਆ, ਮੇਰੇ ਨਾਲ ਸੈਰ 'ਤੇ ਆਇਆ, ਬੜਾ ਪਿਆਰਾ ਆ, ਬੜੀ ਅੱਛੀ ਰੂਹ ਆ, ਕੋਈ ਕਿਸੇ ਨੂੰ ਨਹੀਂ ਵੱਢਦਾ ਕੱਟਦਾ। ਇਹਦਾ ਨਾਂ ਰੋਮੀਓ ਰੱਖਿਆ ਹੋਇਆ ਜੀ, ਅਤੇ ਇਹ ਅਸਲ ਵਿੱਚ ਸੰਤਾਂ ਦੇ ਡੇਰੇ ਵਿੱਚ ਹੀ ਰਹਿੰਦਾ ਆ। ਅਤੇ ਮੈਂ ਅੱਜ ਸੈਰ 'ਤੇ ਚੱਲਣਾ ਸੀ, ਮੈਂ ਇਹਨੂੰ ਨਾਲ ਲੈ ਲਿਆ, ਨਾਲ ਖੜ ਲਿਆ ਜਿੱਦਾਂ ਕਹਿੰਦੇ ਹੁੰਦੇ ਆ, ਪਿਆ ਜਾਵੇ। ਅਤੇ ਬੜਾ ਪਿਆਰ ਕਰਦਾ, ਬੜੀ ਹੀ ਅੱਛੀ ਰੂਹ ਆ। ਜੂਨ ਭਾਵੇਂ ਇਹਨੂੰ ਕੁੱਤੇ ਦੀ ਮਿਲੀ ਹੋਈ ਆ, ਪਰ ਇਹ ਆਪਾਂ ਇਹਨੂੰ ਕੁੱਤਾ ਨਹੀਂ ਕਹਿ ਸਕਦੇ, ਕਿਉਂਕਿ ਇਹਦੇ ਹੈ ਨਾ ਜਿਹੜੇ ਗੁਣ ਦੇਖੇ ਆ ਬੜੇ ਬੇਅੰਤ ਆ। ਸੋ ਆਹ ਜੀ ਰਸਤਾ ਆ, ਜਾ ਰਿਹਾ ਉਸਮਾਨਪੁਰ ਨੂੰ। ਸੋ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਜਾਵੇ, ਅਤੇ ਆਪਣੇ ਜੋ ਅੰਦਰ ਦਿਲ 'ਚ ਖਿਆਲ ਬਲਬਲੇ ਉੱਠਦੇ ਆ, ਬੰਦੇ ਨੂੰ ਸਾਂਝੇ ਕਰਨੇ ਚਾਹੀਦੇ ਆ। ਅਤੇ ਬਾਕੀ ਜਿੱਥੇ ਮੇਰੇ ਕੋਲ ਕੋਈ ਗਲਤੀ ਹੋ ਜਾਏ, ਤੁਸੀਂ ਮਾफ़ ਕਰਨ ਯੋਗ ਆ। ਤੁਸੀਂ ਮੇਰੇ ਵੱਡੇ ਜਾਂ ਹਮ ਉਮਰ ਭਰਾ ਜੋ ਵੀ ਆ, ਦੋਸਤ ਮਿੱਤਰ, ਅਤੇ ਬਾਕੀ ਵਿਚਾਰ ਸਾਂਝੇ ਕਰਨੇ ਚਾਹੀਦੇ ਆ। ਜ਼ਿੰਦਗੀ ਮਿਲੀ ਆ, ਪ੍ਰਮਾਤਮਾ ਨੇ ਇਹ ਜ਼ਿੰਦਗੀ ਜੀਵਨ ਦਿੱਤਾ ਆ, ਸੋ ਇਹਦਾ ਆਨੰਦ ਲੈਣਾ ਚਾਹੀਦਾ। ਸੋ ਵਿਚਾਰ ਸ਼ੁਰੂ ਕਰਦੇ ਹਾਂ ਜੀ। ਵਿਚਾਰ ਇਸ ਤਰ੍ਹਾਂ ਆ ਕਿ ਪਰਮੇਸ਼ਰ ਪਰਮਾਤਮਾ ਵਾਹਿਗੁਰੂ ਨੇ ਹਰ ਇੱਕ ਨੂੰ ਜੀਵਨ ਦਿੱਤਾ, ਠੀਕ ਹੈ ਜੀ। ਅਤੇ ਅਸੀਂ ਦੁਨੀਆ 'ਚ ਰਹਿੰਦੇ ਹੋਏ ਆਪਣੀ ਅਵਸਥਾ, ਬਚਪਨ, ਜਵਾਨੀ, ਬੁਢਾਪਾ ਆਉਂਦਾ, ਹਰ ਇੱਕ 'ਤੇ ਆਉਂਦਾ, ਕਿਉਂਕਿ ਸਮਾਂ ਬਦਲਦਾ ਆ। ਲਓ ਜੀ, ਆਹ ਇੱਕ ਪਾਸੇ ਇਹ ਦਰੱਖਤਾਂ ਦਾ ਜਾਲ ਲੱਭਣਿਆ, ਅਤੇ ਦੂਜੇ ਪਾਸੇ ਇਸ ਪਾਸੇ ਆਹ ਵੱਡੀ ਨਹਿਰ ਆ ਜੀ, ਮੇਨ ਨਹਿਰ। ਆਹ ਨਹਿਰ ਪੱਕੀ ਨਹਿਰ ਬਣੀ ਆ, ਅਤੇ ਸੋ ਥੋੜ੍ਹਾ ਟਰੈਫਿਕ ਕਰਕੇ ਥੋੜ੍ਹੀ ਆਵਾਜ਼ ਦੇ ਵਿੱਚ ਤੁਹਾਨੂੰ ਵੀ ਥੋੜ੍ਹੀ ਡਿਸਟਰਬੈਂਸ ਹੁੰਦੀ ਹੋਊਗੀ। ਚਲੋ ਮਾਹੌਲ ਇੱਦਾਂ ਦਾ, ਮਾਫੀ ਚਾਹੁੰਦਾ। ਸੋ ਆਪਾਂ ਗੱਲਬਾਤ ਉੱਥੇ ਸ਼ੁਰੂ ਕਰਦੇ ਹਾਂ ਜੀ। ਜਿਹੜਾ ਇਹ ਪਰਮਾਤਮਾ ਨੇ ਜਨਮ ਦਿੱਤਾ ਆ, ਉਹ ਵੱਖ-ਵੱਖ ਸਟੇਜਾਂ, ਜਵਾਨੀ, ਬੁਢੇਪਾ, ਬਚਪਨ, ਸਭ ਕੁਛ ਆਉਂਦਾ ਆ। ਬੰਦਾ ਇਹਦੇ ਵਿੱਚ ਕੀ ਸੋਚਦਾ ਆ, ਇਹ ਮੇਰੇ ਨਿੱਜੀ ਵਿਚਾਰ ਆ ਕਿ ਇਨਸਾਨ ਸੋਚਦਾ ਕਿ ਮੈਨੂੰ ਇਹ ਜਨਮ ਮਿਲ ਗਿਆ, ਅਤੇ ਪਰਮਾਤਮਾ ਨਾਲ ਰੋਸੇ ਕਰਦਾ, ਮੈਨੂੰ ਆਹ ਨਹੀਂ ਮਿਲਿਆ, ਮੈਨੂੰ ਉਹ ਨਹੀਂ ਮਿਲਿਆ, ਮੈਨੂੰ ਇੱਦਾਂ ਹੋਣੀ ਚਾਹੀਦੀ ਆ, ਕੋਈ ਮੇਰੇ ਨਾਲੋਂ ਅਮੀਰ ਆ ਜਾਂ ਕਿਸੇ ਕੋਲ ਜ਼ਿਆਦਾ ਆ, ਕਿਸੇ ਕੋਲ ਸਾਧਨ ਜ਼ਿਆਦਾ ਆ, ਕਿਸੇ ਦੇ ਪਰਿਵਾਰ ਦੇ ਮੈਂਬਰ ਜ਼ਿਆਦਾ ਆ, ਕੋਈ ਕਿਸੇ ਪਾਸਿਓਂ ਵੱਡਾ, ਕੋਈ ਕਿਸੇ ਪਾਸਿਓਂ ਛੋਟਾ। ਇੱਦਾਂ ਪਰਮਾਤਮਾ ਨੇ ਕੁੱਤ ਬਣਾਏ ਹੋਏ ਆ। ਚਲੋ ਅਮੀਰੀ ਗਰੀਬੀ ਹਰ ਇੱਕ ਤਰੀਕੇ ਨਾਲ ਅਲੱਗ-ਅਲੱਗ ਦਰਜੇ, ਠੀਕ ਆ। ਸੋ ਵਿਅਕਤੀ ਵਿਸ਼ੇਸ਼ ਇਹ ਗੱਲ ਕਰਦਾ
ਕਿ ਸਮਝਦਾ ਕਿ ਮੈਨੂੰ ਆਹ ਨਹੀਂ ਮਿਲਿਆ, ਉਹ ਨਹੀਂ ਮਿਲਿਆ, ਰੱਬ ਨਾਲ ਰੋਸੇ ਕਰਦਾ ਇਨਸਾਨ। ਤੇ ਰੋਸੇ ਕਿਉਂ ਕਰਦਾ? ਕਿਉਂਕਿ ਆਪਣੇ ਆਪ ਨੂੰ ਇੱਕ ਹਸਤੀ ਸਮਝਦਾ ਵੀ ਮੈਂ ਵੀ ਦੁਨੀਆ 'ਤੇ ਕੁਛ ਹਾਂ। ਇਹ ਹਉਮੈ ਜਿਹੜਾ ਪੈਦਾ ਹੋ ਜਾਂਦਾ ਇਨਸਾਨ ਵਿੱਚ, ਅਗਿਆਨਤਾ ਬਸ, ਕਿ ਮੈਂ ਕੁਛ ਹਾਂ। ਤੇ ਜਦੋਂ ਬੰਦਾ ਕੁਛ ਬਣਦਾ ਆ, ਹੁੰਦਾ ਆ, ਤਾਂ ਹੀ ਦੁੱਖ ਪਾਉਂਦਾ। ਜੇ ਕੁਛ ਨਾ ਬਣੇ ਤਾਂ ਦੁੱਖ ਕਾਹਲੇ ਪਾਵੇ। ਜੇ ਉਹਦੀ ਰਜਾ 'ਚ ਰਹੇ ਤੇ ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨੇ ਤਾਂ ਫਿਰ ਦੁੱਖ ਪਾਉਣ ਦਾ ਸਵਾਲ ਨਹੀਂ ਹੁੰਦਾ। ਬਾਕੀ ਚਲੋ ਕਰਮਾਂ ਦਾ ਦੁੱਖ ਆ ਵੀ ਜਾਂਦਾ ਤਾਂ ਪਰਮਾਤਮਾ ਮਹਾਰਾਜ ਜਿਹੜਾ ਪਰਮੇਸ਼ਰ ਨਾਲ ਹੋ ਕੇ ਕਟਾ ਦਿੰਦਾ ਹੈ। ਕਿਉਂਕਿ ਦੁੱਖ ਸੁੱਖ ਦੋਏ ਕੱਪੜੇ ਪਹਿਨੇ ਜਾਵੇ ਮਨੁੱਖ, ਸੁੱਖ ਤੋਂ ਬਾਅਦ ਦੁੱਖ ਤੇ ਦੁੱਖ ਤੋਂ ਬਾਅਦ ਸੁੱਖ। ਸੋ ਇਹੋ ਜਿਹੇ ਮਹਾਵਾਕ ਜਿਹੜੇ ਆ ਇਨਸਾਨੀ ਜੀਵਨ 'ਚ ਸੇਧ ਦਿੰਦੇ ਆ। ਸੋ ਮੈਂ ਵਿਸ਼ੇ 'ਤੇ ਆਵਾਂ ਤੇ ਇਨਸਾਨ ਇਹ ਬਹੁਤਾਤ ਇਨਸਾਨਾਂ ਦੀ ਇਹੀ ਸੋਚਦੀ ਆ, ਮੈਨੂੰ ਆਹ ਨਹੀਂ ਮਿਲਿਆ, ਉਹ ਨਹੀਂ ਮਿਲਿਆ, ਰੋਸੇ ਗਿਲੇ ਕਰਦਾ ਪਰਮਾਤਮਾ ਨਾਲ। ਮੈਂ ਵੀ ਉਹਨਾਂ 'ਚੋਂ ਹੀ ਹਾਂ। ਤੇ ਕਿਉਂਕਿ ਆਪਾਂ ਸਾਰੇ ਇੱਕੋ ਜਿਹੇ ਹਾਂ, ਕਿਉਂਕਿ ਆਪਣੇ ਮਨ ਦਾ ਪਰਦਾ ਲੱਗਾ ਹੈ ਸਾਰਿਆਂ ਦੀ। ਕੋਈ ਵਿਰਲਾ ਟਾਮਾ ਭਗਤ ਜਿਹੜਾ ਆਪਣੇ ਨਿੱਜ ਤੋਂ ਉੱਚਾ ਉੱਠ ਕੇ ਪਰਮਾਤਮਾ ਨੂੰ ਪਾ ਲੈਂਦਾ ਜਾਂ ਉਹਦੇ ਰਸਤੇ 'ਤੇ ਤੁਰਦਾ, ਉਹੀ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲਦਾ। ਬਾਕੀ ਆਪਾਂ ਸਾਰੇ ਫਸੇ ਹੋਏ ਹਾਂ ਤੇ ਮੈਂ ਵੀ ਉਹਨਾਂ ਵਿੱਚ ਹੀ ਹਾਂ। ਮੈਂ ਵੀ ਤੁਹਾਡੇ ਵਰਗਾ ਹੀ ਹਾਂ, ਆਪਣੇ 'ਚ ਕੋਈ ਫਰਕ ਨਹੀਂ ਹੈਗਾ। ਅਸੀਂ ਵੀ, ਮੈਂ ਵੀ ਇਹੀ ਜਿਹੀਆਂ ਵਿਚਾਰਾਂ ਆ। ਪਰ ਵਿਚਾਰ ਕਰੀਏ ਕਿ ਹੁਣ ਇਨਸਾਨ ਨੂੰ ਜਨਮ ਮਿਲ ਗਿਆ ਤੇ ਉਹ ਰੋਸੇ ਕਰਦਾ ਵਾਹਿਗੁਰੂ ਨਾਲ, ਪਰਮਾਤਮਾ ਨਾਲ, ਮੈਨੂੰ ਆਹ ਨਹੀਂ ਦਿੱਤਾ, ਉਹ ਨਹੀਂ ਦਿੱਤਾ। ਜਿਵੇਂ ਬਾਣੀ 'ਚ ਲਿਖਿਆ, 10 ਬਸਤ ਲੈ ਪਾਛੇ ਪਾਏ, ਏਕ ਬਸਤ ਕਾਰਨ ਵਿਖੋਟ ਗਵਾਏ। ਮਹਾਰਾਜ ਕਹਿੰਦੇ ਆ ਵੀ ਇਹਨੂੰ 10 ਚੀਜ਼ਾਂ ਪਰਮੇਸ਼ਰ ਨੇ ਦਿੱਤੀਆਂ ਤੇ ਲੈ ਕੇ ਭੁੱਲ ਗਿਆ, ਪਿੱਛੇ ਪਾ ਦਿੱਤੀਆਂ। 10 ਬਸਤ ਲੈ ਪਾਛੇ ਪਾਏ, 10 ਚੀਜ਼ਾਂ ਇਹਨੂੰ ਮਹਾਰਾਜ ਨੇ, ਮੰਨ ਲਓ ਪਰਮਾਤਮਾ ਨੇ ਦਿੱਤੀਆਂ ਤੇ ਲੈ ਕੇ ਭੁੱਲ ਗਿਆ, ਅਕਿਰਤਘਣ ਬਣ ਗਿਆ। ਯਾਦ ਨਹੀਂ ਰੱਖਿਆ ਇਹਨੇ ਕਿ ਮੈਨੂੰ 10 ਚੀਜ਼ਾਂ ਦਿੱਤੀਆਂ, ਲੈ ਕੇ ਭੁੱਲ ਜਾਂਦਾ। ਇਹ ਇਨਸਾਨ ਦੀ ਫਿਤਰਤ ਆ। ਸੋ ਇਹ 10 ਚੀਜ਼ਾਂ ਲੈ ਕੇ ਭੁੱਲ ਗਿਆ। ਉਸ ਦਾਨੀ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦਾ ਧੰਨਵਾਦ ਨਹੀਂ ਕਰਦਾ ਕਿ ਤੁਸੀਂ ਮੈਨੂੰ 10 ਚੀਜ਼ਾਂ ਲਈਆਂ ਤੇ ਭੁੱਲ ਗਿਆ। 10 ਬਸਤ ਲੈ ਪਾਛੇ ਪਾਏ, ਇੱਕ ਬਸਤ ਕਾਰਨ ਵਿਖੋਟ ਗਵਾਏ। ਹੁਣ ਇਹ ਹੋਰ ਵੀ ਡਿਮਾਂਡ ਕਰਦਾ ਨਾ, 10 ਚੀਜ਼ਾਂ ਲੈ ਕੇ 11ਵੀਂ ਵੀ ਮੰਗਦਾ, ਮਤਲਬ ਇੱਕ ਬਸਤ ਹੋਰ ਮੰਗਦਾ ਜਾਂ ਕੋਈ ਮੰਗ ਡਿਮਾਂਡ ਰੱਖਦਾ। ਤੇ ਜੇ ਉਹ ਨਹੀਂ ਪੂਰੀ ਹੁੰਦੀ ਤਾਂ ਮਹਾਰਾਜ ਨਾਲ ਰੋਸੇ ਕਰਦਾ, ਪਰਮੇਸ਼ਰ ਨਾਲ ਰੋਸੇ ਕਰਦਾ, ਵਾਹਿਗੁਰੂ ਨਾਲ, ਕਿ ਮੈਨੂੰ ਤੁਸੀਂ ਆਹ ਚੀਜ਼ ਨਹੀਂ ਦਿੱਤੀ, ਆਹ ਵੀ ਮੇਰੀ ਮੰਗ ਆ ਜਾਂ ਇਹ ਮੇਰੀ ਲੋੜ ਆ। ਤੇ ਆਪਣੀ ਮੰਗ ਨੂੰ ਜਾਇਜ਼ ਠਹਿਰਾਉਂਦਾ ਕਿ ਮੈਨੂੰ ਇਹ ਵੀ ਮਿਲਣਾ ਚਾਹੀਦਾ। ਜਦੋਂ ਨਹੀਂ ਮਿਲਦੀ ਜਾਂ ਉਹਦਾ ਚੀਜ਼ ਮਿਲਣ ਦਾ ਨਹੀਂ ਸਮਾਂ ਹੁੰਦਾ ਤਾਂ ਰੋਸੇ ਗਿਲੇ ਕਰਦਾ, ਠੀਕ ਹੈ, ਕਿ ਮੈਨੂੰ ਇਹ ਚੀਜ਼ ਨਹੀਂ ਮਿਲੀ। 10 ਬਸਤ ਲੈ ਪਾਛੇ ਪਾਏ, ਇੱਕ ਬਸਤ ਕਾਰਨ ਵਿਖੋਟ ਗਵਾਏ। 10 ਵੀ ਹਿਰਲੇ, ਇੱਕ ਵੀ ਨਾ ਦੇ, ਇੱਕ ਵੀ ਨਾ ਦੇ, 10 ਵੀ ਹਿਰਲੇ ਤੋ ਮੂੜਾ ਕਿਆ ਕਰੇ। ਸੋ ਮਾफ़ ਕਰਨਾ ਜੇ ਮੈਂ ਕੋਈ ਟੁੱਕ ਪੂਰਾ ਐਨ ਸਹੀ ਤਰੀਕੇ ਨਾਲ ਨਾ ਬੋਲ ਸਕਿਆ। ਜਿੰਨੀ ਮੈਂ ਪੜ੍ਹੀ ਹੈਗੀ ਆ, ਹੋ ਸਕਦਾ ਮੇਰੀ ਯਾਦਾਸ਼ਤ 'ਚ ਪੂਰੇ ਲਫ਼ਜ਼ ਨਾ ਹੋਣ, ਪਰ ਭਾਵਾਰਥ ਇਹੀ ਆ। ਜਿੱਦਾਂ ਕਾਫੀ ਚਿਰ ਹੋ ਗਿਆ ਇਹ ਬਚਨਾਂ ਦੇ ਦਰਸ਼ਨ ਕੀਤਿਆਂ ਹੋਇਆਂ, ਠੀਕ ਹੈ ਜੀ। ਸੋ ਕਹਿੰਦੇ ਜੇ ਇਹ ਜਿਹੜੀ ਆਖਰੀ ਇੱਕ ਮੰਗਦਾ ਆ, ਕੋਈ ਵੀ ਇੱਕ ਮੰਗਦਾ, ਜਾਣੀ ਕਿ ਆਖਰੀ ਤਾਂ ਹੋ ਹੀ ਨਹੀਂ ਸਕਦੀ ਕਦੇ ਵੀ, ਡਿਮਾਂਡਾਂ ਤਾਂ ਨਹੀਂ ਮੁੱਕਦੀਆਂ। ਸੋ ਕਹਿੰਦੇ ਜਿਹੜੀ ਉਹ ਇੱਕ ਮੰਗ ਰੱਖੀ ਹੋਈ ਆ, ਉਹ ਵੀ ਨਾ ਪੂਰੀ ਕਰੇ ਪਰਮਾਤਮਾ, ਜਿੰਨਾ ਲੜਦਾ ਝਗੜਦਾ ਪਰਮਾਤਮਾ, ਜਿਹੜੀ ਉਹ 11ਵੀਂ ਮੰਗਿਆ ਉਹ ਵੀ ਪੂਰੀ ਨਾ ਕਰੇ, ਤਾਂ ਜਿਹੜੀਆਂ 10 ਪਹਿਲਾਂ ਦਿੱਤੀਆਂ ਆ ਉਹ ਵੀ ਖੋਲ੍ਹਵੇ। ਹੁਣ ਦੇਖੋ ਸਥਿਤੀ ਕੀ ਹੋ ਗਈ ਕਿ ਜਿਹੜੀਆਂ ਪਰਮੇਸ਼ਰ ਨੇ 10 ਦਿੱਤੀਆਂ ਉਹ ਵੀ ਕਹਿੰਦੇ ਖੋਲ੍ਹਵੇ, ਤੇ ਜਿਹੜੀ 11ਵੀਂ ਮੰਗਦਾ ਉਹ ਵੀ ਨਾ ਦੇਵੇ। ਤੋ ਮੂੜਾ ਕਿਆ ਕਰੇ, ਮੂੜਾ ਮਤਲਬ ਮੂਰਖ। ਤਾਂ ਫਿਰ ਮੂਰਖ ਕੀ ਕਰ ਸਕਦਾ ਦੱਸੋ। ਮਹਾਰਾਜ ਇਸ ਚੀਜ਼ ਨੂੰ ਚੇਤਾ ਕਰਾਉਂਦੇ ਆ ਵੀ ਭਾਈ ਜੇ ਤੈਨੂੰ 10 ਚੀਜ਼ਾਂ ਦਿੱਤੀਆਂ, 11ਵੀਂ ਤੂੰ ਮੰਗਦਾ ਉਹ ਨਹੀਂ ਦਿੱਤੀ, ਮੰਨ ਲਓ,
ਤੇ ਜੇ ਉਹ 11ਵੀਂ ਨਾ ਹੀ ਦਈਏ, ਪਰਮੇਸ਼ਰ ਨਾ ਹੀ ਦੇਵੇ, 10 ਵੀ ਖੋਲ੍ਹਵੇ, ਤਾਂ ਫਿਰ ਮੂਰਖਾ ਫਿਰ ਕੀ ਕਰੂੰਗਾ, ਸਵਾਲ ਪਾਉਂਦੇ ਆ। ਫਿਰ ਮਹਾਰਾਜ ਅੱਗੇ ਜਵਾਬ ਦਿੰਦੇ ਆ, ਜਿਸ ਠਾਕਰ ਬਿਨ ਨਾਹੀ ਚਾਰਾ ਤਿਸ ਠਾਕਰ ਕੋ ਸਦ ਨਮਸਕਾਰਾ। ਉਹ ਭਲਿਆ ਮਾਨਸਾ, ਜਿਸ ਵਾਹਿਗੁਰੂ ਤੋਂ ਬਿਨਾਂ ਤੇਰਾ ਕੋਈ ਚਾਰਾ ਹੀ ਨਹੀਂ ਬਣਦਾ, ਤੇਰਾ ਕੋਈ ਮਿੱਤਰ ਹੀ ਨਹੀਂ ਬਣਦਾ, ਤੇਰਾ ਦਾਤਾ ਉਹੀ ਆ ਵਾਹਿਗੁਰੂ ਪਰਮਾਤਮਾ ਪਰਮੇਸ਼ਰ, ਤੇ ਤੇਰਾ ਉਹ ਤੋਂ ਬਿਨਾਂ ਚਾਰਾ ਨਹੀਂ ਨਿਭ ਸਕਦਾ, ਫਿਰ ਉਹਨੂੰ ਬਾਰ-ਬਾਰ ਨਮਸਕਾਰ ਕਰ। ਠੀਕ ਆ, ਫਿਰ ਉਹਨੂੰ ਬਾਰ-ਬਾਰ ਨਮਸਕਾਰ ਕਰ, ਤੇਰਾ ਉਹ ਤੋਂ ਬਿਨਾਂ ਤਾਂ ਚਾਰਾ ਹੀ ਨਹੀਂ ਹੈਗਾ ਕੋਈ। ਠੀਕ ਹੈ, ਜੇ ਤੇਰਾ ਕੋਈ ਚਾਰਾ ਹੈ ਤੂੰ ਕਰਕੇ ਦੇਖ ਲਾ, ਠੀਕ ਨਹੀਂ, ਤੇਰਾ ਉਸ ਤੋਂ ਬਿਨਾਂ ਚਾਰਾ ਨਹੀਂ। ਸੋ ਉਸੇ ਵਿਚਾਰ ਤੇ ਫਿਰ ਵਿਸ਼ੇ 'ਤੇ ਆਉਂਦੇ ਆ ਕਿ ਪ੍ਰਮਾਤਮਾ ਨੇ ਜੋ ਕੁਛ ਵੀ ਕਿਸੇ ਵੀ ਇਨਸਾਨ ਨੂੰ ਦਿੱਤਾ, ਅਸੀਂ ਚਾਹੁੰਦੇ ਹਾਂ ਕਿ ਹੋਰ ਤੋਂ ਹੋਰ ਜ਼ਿਆਦਾ। ਸਾਡੀਆਂ ਤਮੰਨਾ ਖਾਹਿਸ਼ਾਂ ਨਹੀਂ ਮੁੱਕਦੀਆਂ, ਬੰਦਾ ਮਰ ਜਾਂਦਾ ਉਹਦੀ ਖਾਹਿਸ਼ਾਂ ਨਹੀਂ ਮੁੱਕਦੀਆਂ, ਅਤੇ ਹਰ ਰੋਜ਼ ਹਰ ਸਮੇਂ ਨਵੀਂ ਡਿਮਾਂਡ, ਨਵੀਂ ਮੰਗ ਖੜੀ ਹੋ ਜਾਂਦੀ ਆ ਦਰਵਾਜ਼ੇ 'ਤੇ। ਠੀਕ ਆ, ਅਤੇ ਜਿਹੜਾ ਬੰਦੇ ਦਾ ਮਨ ਕੁੱਤਾ ਆ, ਨਫਸ ਕੁੱਤਾ ਆ ਨਾ, ਇਹ ਬਾਰ-ਬਾਰ ਉਹਦੇ ਜਿਹੜਾ ਸ਼ਾਂਤ ਹੋਏ ਸਮੁੰਦਰ ਵਿੱਚ ਕਾਂਕਰ ਸਿੱਟ ਕੇ ਫਿਰ ਜਗਾ ਦਿੰਦਾ, ਫਿਰ ਤਰੰਗਾਂ ਉੱਠ ਖੜ੍ਹਦੀਆਂ, ਆਹ ਚਾਹੀਦਾ ਉਹ ਚਾਹੀਦਾ। ਸੋ ਇਨਸਾਨ ਜਿਹੜਾ ਆ, ਉਹਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਹੁਣ ਅਗਲੀ ਗੱਲ, ਇਨਸਾਨ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਤੇ ਉਹ ਰੋਸਾ ਕਰਦਾ ਪਰਮਾਤਮਾ ਨਾਲ, ਅਤੇ ਪਰਮਾਤਮਾ ਦਾ ਦਾਤਾ ਆ। ਹੁਣ ਪਹਿਲਾ ਸਵਾਲ ਤਾਂ ਇਹ ਉੱਠਦਾ ਕਿ ਮੰਨ ਲਓ ਪਰਮਾਤਮਾ, ਮੈਂ ਆਪਣੀ ਗੱਲ ਕਰਦਾ, ਚਲੋ ਮੰਨ ਲਓ ਮੈਨੂੰ ਪਰਮਾਤਮਾ ਇਹ ਦੁਨੀਆ ਨਾ ਦਿਖਾਲਦਾ। ਠੀਕ ਹੈ, ਆਪਣੇ ਆਪ ਦੀ ਗੱਲ ਲਾ ਕੇ ਦੇਖਦੇ ਹਾਂ, ਹੈ ਵੀ ਸੱਚ ਆ ਕਿ ਪਰਮਾਤਮਾ ਮੈਨੂੰ ਇਹ ਨਾ ਦੁਨੀਆ ਦਿਖਾਲਦਾ, ਮਨੁੱਖਾ ਜਨਮ ਨਾ ਦਿੰਦਾ, ਦੱਸੋ ਫਿਰ ਪਰਮਾਤਮਾ ਦਾ ਕੋਈ ਨੁਕਸਾਨ ਸੀ? ਪਰਮਾਤਮਾ ਦਾ ਕੋਈ ਹਰਜਾ ਹੋ ਜਾਂਦਾ? ਉਹਦਾ ਕਾਹਦਾ ਨੁਕਸਾਨ? ਹੁਣ ਤਾਂ ਐਡੀ ਵੱਡੀ ਦੁਨੀਆ ਬਣਾਈ ਆ, ਠੀਕ ਹੈ ਨਾ। ਸੋ ਫਿਰ ਇਹ ਮੰਨਣਾ ਪਊ ਕਿ ਜੇ ਮਨੁੱਖਾ ਜੀਵਨ ਪਰਮਾਤਮਾ ਨੇ ਦਿੱਤਾ ਆ ਅਤੇ ਇਹ ਉਹਦੀ ਦਾਤ ਆ, ਉਹ ਤੋਂ ਵੱਡਾ ਦਾਨੀ ਅਤੇ ਦਾਤਾ ਕੋਈ ਨਹੀਂ ਪਰਮੇਸ਼ਰ ਤੋਂ ਬਿਨਾਂ। ਸੋ ਉਹਨੇ ਮਨੁੱਖਾ ਜਨਮ ਦਿੱਤਾ, ਇਹ ਉਹਦੀ ਵੱਡੀ ਦਾਤ ਆ ਕਿ ਪਰਮਾਤਮਾ ਨੇ ਸਾਨੂੰ ਇਹ ਦੁਨੀਆ ਦਿਖਾਈ। ਪਰਮਾਤਮਾ ਨੇ ਵਿਚਾਰ ਕੀਤਾ ਕਿ ਇਸ ਰੂਹ ਨੂੰ, ਜਾਂ ਰੂਹਾਂ ਵੀ ਉਹਦੀਆਂ ਹੀ ਆ, ਜਿੱਦਾਂ ਸੂਰਜ ਆ, ਮੰਨ ਕੇ ਚਲੋ ਆਪਾਂ ਛੋਟੇ ਰੂਪ 'ਚ ਦੇਖ ਲੈਂਦੇ ਹਾਂ, ਪਰਮਾਤਮਾ ਦਾ ਬੇਅੰਤ ਆ ਸੂਰਜ, ਪਰਮਾਤਮਾ ਮੰਨ ਲਓ, ਅਸੀਂ ਉਹਦੀਆਂ ਕਿਰਨਾਂ। ਸੋ ਪਰਮੇਸ਼ਰ ਜਿਹੜਾ ਆ, ਅਸੀਂ ਪਰਮੇਸ਼ਰ ਦੇ ਅੰਸ਼ ਹਾਂ, ਸਾਰੀਆਂ ਰੂਹਾਂ ਜਿਤਨੀਆਂ ਵੀ ਉਹਦੇ ਤੋਂ ਬਣੀਆਂ ਹੈਗੀਆਂ, ਉਹਦਾ ਹੀ ਰੂਪ ਆ, ਉਹਦੀਆਂ ਕਿਰਨਾਂ ਹਨ। ਠੀਕ ਆ, ਫਿਰ ਕਿਰਨ ਆਪਣੇ ਸਰੋਤ ਤੋਂ, ਸੂਰਜ ਤੋਂ ਵੱਡੀ ਤਾਂ ਹੋ ਨਹੀਂ ਸਕਦੀ ਨਾ। ਠੀਕ ਆ, ਸੋ ਵਿਚਾਰ ਇਹ ਆ ਜੀ ਕਿ ਅਸੀਂ ਪਰਮਾਤਮਾ ਦੇ ਅੰਸ਼ ਹਾਂ। ਜੇ ਉਹ ਚਾਹੁੰਦਾ ਕਿ ਇਸ ਜੀਵ ਨੂੰ ਦੁਨੀਆ 'ਤੇ ਨਹੀਂ ਭੇਜਣਾ ਜਾਂ ਮਨੁੱਖਾ ਜਨਮ ਨਹੀਂ ਦੇਣਾ, ਦੱਸੋ ਵੀ ਸਾਡਾ ਕੀ ਜ਼ੋਰ ਸੀ? ਫਿਰ ਸਾਡਾ ਕੋਈ ਜ਼ੋਰ ਨਹੀਂ ਸੀ ਨਾ। ਸੋ ਇਹ ਜਿਹੜਾ ਮਨੁੱਖਾ ਜਨਮ ਆ, ਪਹਿਲੀ ਗੱਲ ਇਹ ਉਹਦੀ ਦਾਤ ਆ। ਜੇ ਉਹ ਨਾ ਵੀ ਇਹ ਜਨਮ ਦਿੰਦਾ, ਦੁਨੀਆ ਨਾ ਦਿਖਾਲਦਾ ਸਾਨੂੰ, ਮੈਨੂੰ ਨਾ ਦੁਨੀਆ ਦਿਖਾਲਦਾ, ਤਾਂ ਫਿਰ ਕੋਈ ਨੁਕਸਾਨ ਹੋ ਜਾਣਾ ਸੀ ਧਰਤੀ 'ਤੇ? ਇਹ ਤਾਂ ਐਵੇਂ ਹੀ ਚੱਲਣੀ ਸੀ, ਦੁਨੀਆ ਚੱਲੀ ਜਾਣੀ ਸੀ, ਸਾਰਾ ਕੁਛ ਚੱਲਦਾ। ਕਿਸੇ ਇੱਕ ਵਿਅਕਤੀ ਵਿਸ਼ੇਸ਼ ਜਾਂ ਕਿਸੇ ਇੱਕ ਜੀਵ ਦੇ ਆਉਣ ਜਾਣ ਨਾਲ ਇੱਥੇ ਕੋਈ ਫਰਕ ਨਹੀਂ ਪੈਂਦਾ। ਰੋਜ਼ ਜੰਮਦੇ ਆ, ਰੋਜ਼ ਦੁਨੀਆ ਜੰਮੀ ਜਾਂਦੀ ਆ, ਮਰੀ ਜਾਂਦੀ ਆ, ਆਈ ਜਾਂਦੇ ਆ। ਸੋ ਵਿਚਾਰਾਂ ਨੂੰ ਥੋੜ੍ਹਾ ਜਿਹਾ ਠਹਿਰਾਵ ਦਿੰਦੇ ਆ, ਅਤੇ ਮੈਂ ਇੱਥੇ ਤੁਹਾਨੂੰ ਦਰਸ਼ਨ ਕਰਾਉਣਾ ਜੀ। ਅਤੇ ਇਹ ਹੈਗਾ ਜੀ ਉਸਮਾਨਪੁਰ ਦਾ ਅੱਡਾ, ਦਿਓ ਆਕਾਰ ਵੱਡੇ ਵੱਡੇ ਦਰਖਤ ਜੀ, ਪਿੱਪਲ ਦਾ ਦਰਖਤ, ਆਹ ਮੇਰੇ ਖਿਆਲ 'ਚ ਬੋਹੜ ਆ। ਇਹ ਮੂਹਰੇ ਚਰਾਂ ਨੂੰ ਰਸਤਾ ਜਾਂਦਾ ਮੇਰੇ ਖਿਆਲ 'ਚ। ਇੱਧਰ ਪਿੰਡ ਕਿਹੜੇ ਕਿਹੜੇ ਆਉਂਦੇ ਆ ਇਹ ਵੀ ਦੇਖਦੇ ਹਾਂ ਆਪਾਂ। ਸੋ ਆਪਾਂ ਚੈਨਲ ਤੁਰ ਫਿਰ ਕੇ ਮੇਲਾ ਦੇਖਦੇ ਨਾਲ। ਅਤੇ ਇੱਧਰ ਸੀ ਆਹ ਜਿੱਧਰੋਂ ਮੈਂ ਪਹਿਲਾਂ ਆਇਆ, ਗੋਰਖਪੁਰ ਜੇਠੂ ਮਜਰਾ ਨਵਾਂ ਸ਼ਹਿਰ, 9.18 ਕਿਲੋਮੀਟਰ। ਸੋ ਆਪਾਂ ਸੜਕ ਟੱਪ ਕੇ ਗਾਹਾਂ ਦੇਖਦੇ ਹਾਂ ਕਿਹੜੇ ਕਿਹੜੇ ਪਿੰਡ ਆਉਂਦੇ ਆ। ਸੋ ਆਪਾਂ ਇੱਧਰ ਦੇਖਦੇ ਹਾਂ ਜੀ। ਅਤੇ ਇਹ ਹੈਗਾ ਜੀ ਚਰਾਣ ਹੈੱਡ,
ਚਰਾਣ ਹੈਡ ਮਹਿਤਪੁਰ ਅਲਦਣੀ ਬਲਾਚੌਰ। ਸੋ ਅਸੀਂ ਇੱਥੇ ਰੋਮੀਓ ਪਰੇ ਹਟ ਬਈ ਤੇ ਚਰਾਣ ਪਿੰਡ ਵੱਲ ਨੂੰ ਜਾਂਦਾ ਆ ਰਸਤਾ। ਕਾਫੀ ਬਿਜੀ ਰੋਡ ਆ। ਇਹ ਹੈਗੀ ਰੋਡ, ਆਹ ਰੋਡ ਬਹੁਤ ਸੋਹਣੀ ਬਣੀ ਹੋਈ ਆ ਜੀ। ਇਹ ਘੱਟ ਹੀ ਆ, ਮੈਨੂੰ ਬਹੁਤ ਸੋਹਣਾ ਲੱਗਾ। ਆਹ ਦੇਖੋ ਗੱਬੇ ਦਰਖਤ ਨੂੰ ਛੱਡਿਆ ਗਿਆ, ਬੜੀ ਸਿਆਣਪ ਵਰਤੀ ਗਈ। ਨਹੀਂ ਤਾਂ ਜਦੋਂ ਸੜਕਾਂ ਬਣਦੀਆਂ ਤੁਹਾਨੂੰ ਪਤਾ ਪੱਟ ਦਿੱਤੇ ਜਾਂਦੇ ਆ ਦਰਖਤ। ਆਹ ਦਰਖਤ ਕੁਦਰਤ, ਇਹ ਦਰਖਤ ਬਚਿਆ ਆ, ਪਤਾ ਨਹੀਂ ਕਿੰਨਾ ਚਿਰ ਬਚਿਆ ਰਹੇ, ਰੱਬ ਜਾਣਦਾ। ਲੇਕਿਨ ਇਸ ਵੇਲੇ ਇਹ ਬਹੁਤ ਸੋਹਣਾ ਲੱਗ ਰਿਹਾ ਕਿ ਕਿਸੇ ਨੇ ਸੋਚ ਸਮਝ ਰੱਖੀ ਆ ਵੀ ਦਰਖਤ ਨੂੰ ਨਾ ਛੇੜਿਆ ਜਾਵੇ, ਕੰਮ ਚੱਲਦਾ ਇੱਦਾਂ ਹੀ। ਅਤੇ ਆਹ ਜਿਹੜੀ ਰੋਡ ਮੇਨ 'ਤੇ ਆ ਗਿਆ, ਇਹ ਮੇਨ ਰੋਡ ਸੱਜਣੋ, ਇਹ ਮੇਨ ਰੋਡ ਇੱਧਰਲੀ ਸਾਈਡ ਰਾਹੋਂ ਤੋਂ ਜਾੜ ਵਾਲੇ ਨੂੰ ਜਾਂਦੀ। ਜਾੜ ਵਾਲਾ ਰਾਹੋਂ ਤੋਂ ਜਾੜ ਵਾਲਾ ਆਪਨੇ ਸੁਣਿਆ ਹੋਊਗਾ, ਜਿਹੜੀ ਰੋਡ ਮੇਨ ਰੋਡ ਆ ਇਹ। ਅਤੇ ਤੋਂ ਵਾਪਸੀ ਲੈਂਦੇ ਹਾਂ ਜੀ। ਆਪਣਾ ਮੇਨ 'ਤੇ ਨਹੀਂ ਜਾਣਾ, ਰਸ਼ ਹੋਣਾ ਆ, ਅਤੇ ਆਪਾਂ ਉਸੇ ਰੋਡ ਵਾਪਸੀ ਫੜਦੇ ਹਾਂ ਜਿਸ ਰੋਡ, ਕਿਉਂਕਿ 2 ਘੰਟੇ ਦੀ ਸੈਰ ਮੈਂ ਕਰਦਾ ਹੁੰਦਾ ਜਦੋਂ ਐਤਵਾਰ ਨੂੰ, ਜੇ ਮਿਲ ਜਾਵੇ ਮੌਕਾ ਕਿਤੇ ਕਿਤੇ। ਰੋਜ਼ ਤਾਂ ਹੁੰਦੀ ਨਹੀਂ ਸੈਰ, ਕਿੱਥੇ ਹੁੰਦੀਆਂ ਸੈਰਾਂ ਅੱਜ ਕੱਲ੍ਹ। ਅਤੇ ਸੋ ਇਹ 2 ਘੰਟੇ ਦੀ ਅੱਜ ਲਾਹਾ ਪਰਮੇਸ਼ਰ ਨੇ ਦਿੱਤਾ ਸੈਰ ਕਰਨ ਦਾ। ਸੋ ਆਪਾਂ ਜੁੜਦੇ ਹਾਂ ਆਪਣੇ ਵਿਚਾਰਾਂ ਦੇ ਨਾਲ ਹੀ ਅਤੇ ਵਾਪਸੀ ਫੜ ਲੈਂਦੇ ਹਾਂ, ਠੀਕ ਹੈ। ਅਤੇ ਸੋ ਥੋੜ੍ਹਾ ਜਿਹਾ ਮੇਰਾ ਚਲੋ ਲਾਈਟ ਪੈਂਦੀ ਸੀ। ਸੋ ਵਿਚਾਰ 'ਤੇ ਆਪਾਂ ਮੁੜ ਕੇ ਆਉਂਦੇ ਹਾਂ ਉਸੇ 'ਤੇ ਹੀ ਕਿ ਪਰਮਾਤਮਾ ਨੇ ਇਹ ਦਾਤ ਦਿੱਤੀ ਆ, ਜਿਹੜਾ ਮਨੁੱਖਾ ਜਨਮ ਦਿੱਤਾ। ਇਹ ਇਕੱਲੀ ਮਨੁੱਖਾ ਜਨਮ ਦਾਤ ਨਹੀਂ ਦਿੱਤੀ, ਹੋਰ ਬਹੁਤ ਕੁਛ ਦਿੱਤਾ ਮਾਲਕ ਨੇ ਸਾਨੂੰ। ਅੱਖਾਂ ਦਿੱਤੀਆਂ, ਸੁਣਨ ਲਈ ਕੰਨ ਦਿੱਤੇ, ਬੋਲਣ ਲਈ ਮੂੰਹ ਦਿੱਤਾ, ਸਵਾਦਾਂ ਲਈ ਇੰਦਰੀਆਂ ਦਿੱਤੀਆਂ, ਭੋਜਨ ਖਾਂਦੇ ਹਾਂ, ਸਵਾਦ ਲੈਂਦੇ ਹਾਂ ਅਲੱਗ ਅਲੱਗ। ਸਾਡੇ ਸਰੀਰ 'ਚ ਸਵਾਸ ਚੱਲਦੇ, ਪ੍ਰਾਣ ਚੱਲਦੇ, ਆਪ ਸਭ ਨੂੰ ਪਤਾ ਹੀ ਆ। ਸੋ ਸੰਖੇਪ ਵਿੱਚ ਲੈ ਕੇ ਜਾਈਏ ਤਾਂ ਇਹ ਸਭ ਉਹਦੀਆਂ ਦਾਤਾਂ ਆ, ਇਹ ਸਭ ਪਰਮੇਸ਼ਰ ਦੀਆਂ ਦਾਤਾਂ ਆ। ਅਤੇ ਹੁਣ ਇੱਕ ਪਾਸੇ ਅਸੀਂ ਸੋਚਦੇ ਹਾਂ ਕਿ ਸਾਨੂੰ ਆਹ ਨਹੀਂ ਮਿਲਿਆ, ਇੱਕ ਆਸਪੈਕਟ ਇਹ ਆ ਕਿ ਸਾਨੂੰ ਆਹ ਕੁਛ ਨਹੀਂ ਮਿਲਿਆ। ਆਪਾਂ ਉਹਦੀ ਗਿਣਤੀ ਕਰੀ ਜਾਂਦੇ, ਆਹ ਨਹੀਂ ਮਿਲਿਆ, ਉਹ ਨਹੀਂ ਮਿਲਿਆ, ਉਹ ਵੱਡੀ ਲਿਸਟ ਆ। ਅਤੇ ਹੁਣ ਆਪਾਂ ਇਸ ਪਾਸੇ ਚੱਲਣਾ ਵੀ ਆਪਾਂ ਨੂੰ ਮਿਲਿਆ ਬਹੁਤ ਕੁਛ ਆ। ਕੀ ਕੀ ਮਿਲਿਆ ਹੈਗਾ ਜਿਹਦੀ ਕੋਈ ਕੀਮਤ ਨਹੀਂ। ਬੇਅੰਤ 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 ਕਰੋੜਾਂ ਅਰਬਾਂ ਰੁਪਏ ਵੀ ਕਿਸੇ ਨੂੰ ਦੇ ਦਿਓ, ਮੈਨੂੰ ਜੀਵਨ ਦੇ ਨਹੀਂ ਦੇ ਸਕਦਾ। ਅੱਖਾਂ, ਕੰਨ, ਹੋਰ ਬਾਣੀ 'ਚ ਲਿਖਿਆ ਸਭ ਕੁਛ ਮਾਲਕ ਦੀਆਂ ਦਾਤਾਂ ਆ। ਅੱਖ, ਕੰਨ, ਨੇਤਰ, ਜੋ ਵੀ ਸੁਖਮਨੀ ਸਾਹਿਬ 'ਚ ਆਉਂਦਾ ਹੈ। ਅਤੇ ਬੜੀ ਵੱਡੀ ਗੱਲ ਆ ਕਿ ਵੀ ਸਾਨੂੰ ਬਹੁਤ ਵੱਡੀਆਂ ਦਾਤਾਂ ਮਿਲੀਆਂ। ਅਤੇ ਇੱਕ ਮਿੱਤਰੋ ਬੇਨਤੀ ਕਰਦਾ ਕਿ ਬਾਣੀ ਨਾਲ ਜੁੜੋ, ਜਪਜੀ ਸਾਹਿਬ, ਸੁਖਮਨੀ ਸਾਹਿਬ ਘੱਟੋ ਘੱਟ ਇਹਨੂੰ ਪੜ੍ਹੋ ਅਤੇ ਵਿਚਾਰੋ। ਬਾਕੀ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਹੁਤ ਵੱਡੇ ਗੁਰੂ ਹਨ। ਅਤੇ ਚਲੋ ਸਾਰਾ ਪੜ੍ਹਨ ਅਤੇ ਵਿਚਾਰਨ ਲਈ ਤਾਂ ਬਹੁਤ ਲੰਬਾ ਸਮਾਂ ਚਾਹੀਦਾ, ਪਰ ਜੇ ਇਹ 2 ਬਾਣੀਆਂ ਵੀ ਪੜ੍ਹੀਆਂ ਤਾਂ ਵਿਚਾਰੀਆਂ ਜਾਣ, ਜ਼ਿੰਦਗੀ ਦੀ ਬੜੀ ਸੇਧ ਮਿਲਦੀ ਹੈ। ਸੋ ਮੇਰੀ ਬੇਨਤੀ ਆ, ਕਿਉਂਕਿ ਮੈਂ ਤੁਹਾਡਾ ਛੋਟਾ ਭਰਾ, ਬੇਨਤੀ ਤਾਂ ਕਰ ਸਕਦਾ ਨਾ ਕਿ ਜੇ ਬਾਣੀ ਵਿਚਾਰੀਏ, ਪੜ੍ਹੀਏ ਤਾਂ ਜ਼ਿੰਦਗੀ ਦੀਆਂ ਬਹੁਤ ਡੂੰਘੀਆਂ ਗੱਲਾਂ, ਵਿਚਾਰਾਂ ਸਾਹਮਣੇ ਆਉਂਦੀਆਂ ਅਤੇ ਇਨਸਾਨ ਦੀ ਜ਼ਿੰਦਗੀ 'ਚ ਬੜੇ ਮੋੜ ਆਉਂਦੇ ਆ ਅਤੇ ਉਹਨਾਂ ਨੂੰ ਰਸਤੇ ਰੁਸ਼ਨਾਹ ਹੋ ਜਾਂਦੇ ਆ। ਸੋ ਬਾਣੀ ਨੂੰ ਇਕੱਲਾ ਪੜ੍ਹਨਾ ਹੀ ਨਹੀਂ, ਅਤੇ ਪੜ੍ਹ ਲਿਆ ਭਾਵੇਂ ਥੋੜ੍ਹਾ 4 ਪੰਕਤੀਆਂ ਪੜ੍ਹੋ, ਪਰ ਵਿਚਾਰਨ ਦੀ ਲੋੜ ਆ ਜ਼ਿਆਦਾ। ਕਿ ਵਿਚਾਰ ਕਹਿਣਾ ਕੀ ਚਾਹੁੰਦੇ ਮਹਾਰਾਜ, ਅਤੇ ਉਹ ਉਹਦੇ ਟੀਕੇ ਵੀ ਮਿਲ ਜਾਂਦੇ ਆ, ਵਿਆਖਿਆ ਮਿਲ ਜਾਂਦੀ ਆ। YouTube 'ਤੇ ਬਹੁਤ ਸਾਰੀਆਂ ਵਿਆਖਿਆ ਮਿਲ ਜਾਂਦੀ ਆ, ਅਤੇ ਉਹ ਵੀ ਜਿੱਥੋਂ ਵੀ ਮਿਲਦਾ, ਮਤਲਬ ਉਹਦੀ ਵਿਚਾਰ ਜ਼ਰੂਰੀ ਆ। ਜ਼ਿੰਦਗੀ 'ਚ ਸੇਧ ਤਾਂ ਮਿਲਣੀ ਆ, ਪੜ੍ਹਨ ਦੇ ਨਾਲ ਨਾਲ ਵਿਚਾਰਨਾ ਵੀ ਆ। ਸੋ ਉਸ ਤੋਂ ਅੱਗੇ ਚੱਲਦੇ ਹਾਂ ਹੁਣ, ਕਿਉਂਕਿ ਵੀਡੀਓ ਬਹੁਤਾ ਲੰਬਾ ਨਾ ਹੋ ਜਾਏ, ਇਸ ਗੱਲ ਦਾ ਵੀ ਖਿਆਲ ਰੱਖਦਾ ਹਾਂ। ਕਿਉਂਕਿ ਲੰਬਾ ਵੀਡੀਓ ਫਿਰ ਭਾਰ ਜਿਹਾ ਲੱਗਦਾ ਵੀ ਕੀ ਹੋ ਗਿਆ, ਕਿਉਂਕਿ ਸੜਕ 'ਤੇ ਜਾ ਰਹੇ, ਸੈਰ ਦਾ ਲੁਤਫ ਲੈਂਦੇ ਹਾਂ, ਅਤੇ ਇਸ ਕਰਕੇ ਡਿਸਟਰਬੈਂਸ ਬਹੁਤ ਹੁੰਦੀ, ਲੋਕ ਆਉਂਦੇ ਜਾਂਦੇ ਲੰਘਦੇ ਆ, ਅਤੇ ਵਿਚਾਰਾਂ ਦੇ ਵਿੱਚ ਉਹ ਇਕਾਗਰਤਾ ਨਹੀਂ ਬਣਦੀ। ਉਹਦੇ ਲਈ ਮਾਫੀ ਚਾਹੁੰਦਾ। ਅਤੇ ਚਲੋ ਆਪਾਂ ਹੁਣ ਸੰਖੇਪ ਵਿੱਚ ਹੀ ਖ਼ਤਮ ਕਰ ਦੇਣਾ ਹੈ, ਅਤੇ ਜਿਹੜੀ ਗੱਲ 'ਤੇ ਵਿਸ਼ੇ 'ਤੇ ਆਈਏ। ਹੁਣ ਵਿਸ਼ੇ 'ਤੇ ਆਉਣ ਲਈ ਆਪਾਂ ਇੱਥੇ ਪਹੁੰਚ ਚੁੱਕੇ ਹਾਂ
ਕਿ ਪ੍ਰਮਾਤਮਾ ਨੇ ਸਾਨੂੰ ਦਾਤਾਂ ਦਿੱਤੀਆਂ, ਜੀਵਨ ਦਿੱਤਾ। ਜੀਵਨ ਵੀ ਦਾਤ ਆ, ਮਨੁੱਖਾ ਜਨਮ, ਅੱਖ, ਕੰਨ, ਨੇਤਰ, ਸਰੀਰ ਦੇ ਅੰਗ ਸਾਰੇ ਇੱਕ ਪਾਸੇ ਇਹਨੂੰ ਰੱਖ ਦਈਏ ਜੀਵਨ ਨੂੰ, ਦੂਸਰੇ ਪਾਸੇ ਆਪਣੀਆਂ ਡਿਮਾਂਡਾਂ, ਮੰਗਾਂ, ਸਾਨੂੰ ਜੋ ਚਾਹੀਦਾ ਜਾਂ ਮਿਲ ਨਹੀਂ ਰਿਹਾ ਜਾਂ ਕਿੱਦਾਂ ਵੀ ਆ ਉਹ ਰੱਖ ਦਈਏ। ਅਤੇ ਵਿਚਾਰ ਕਰੀਏ ਤਾਂ ਇੱਕ ਪਾਸੇ ਜੇ ਕੋਈ ਬੰਦਾ ਕਹੇ ਵੀ ਇੱਕ ਪਾਸੇ ਧਨ ਪਿਆ, 10 ਲੱਖ ਰੁਪਇਆ ਰੱਖ ਲਓ, ਕੁਛ ਵੀ ਰੱਖ ਲਓ, ਇੱਕ ਪਾਸੇ ਧਨ ਹੈ, ਇੱਕ ਪਾਸੇ ਤੇਰੀ ਜ਼ਿੰਦਗੀ, ਇੱਕ ਪਾਸੇ ਬੰਦੇ ਦਾ ਜੀਵਨ ਰੱਖ ਲਓ, ਵਿਅਕਤੀ ਨੂੰ ਰੱਖ ਦਿਓ, ਇੱਕ ਪਾਸੇ ਮਾਇਆ ਰੱਖ ਦਿਓ, ਧਨ ਰੱਖ ਦਿਓ। ਮੰਨ ਲਓ ਚਲੋ ਕੰਪੈਰੀਜ਼ਨ ਕਰਨਾ, ਅਤੇ ਆਪਾਂ ਕੀ ਸੋਚਾਂਗੇ? ਤਾਂ ਇਨਸਾਨ ਵਿਅਕਤੀ ਇਹੀ ਸੋਚੂਗਾ, ਕੋਈ ਬੰਦਾ ਕਹੇ ਵੀ ਤੇਰਾ ਧਨ ਲੈ ਲਈਏ ਕਿ ਜੀਵਨ ਲੈ ਲਈਏ, ਦੋਨਾਂ 'ਚੋਂ ਇੱਕ ਚੂਜ਼ ਕਰਨਾ, ਤਾਂ ਬੰਦਾ ਕੀ ਕਹੂਗਾ? ਬੰਦਾ ਕਹਿੰਦਾ ਭਰਾਵਾ ਧਨ ਨਾ ਲੈ, ਇਹ ਬੜੀ ਮੈਂ ਮੁਸ਼ਕਿਲ ਨਾਲ ਕਮਾਇਆ, ਟੁੱਟ ਟੁੱਟ ਕੇ ਮਰ ਮਰ ਕੇ ਰੋਜ਼ ਕਮਾਇਆ, ਕਿੰਨਾ ਜੀਵਨ ਦਾ ਸਮਾਂ ਦਿੱਤਾ, ਜਾਂ ਕਿੱਦਾਂ ਕਿੰਨਾ ਕੋਡੀਆਂ ਇਕੱਠੀਆਂ ਕੀਤੀਆਂ, ਕਿੱਦਾਂ ਇਹ ਧਨ ਬਹੁਤ ਮੁਸ਼ਕਿਲ ਇਕੱਠਾ ਹੋਇਆ ਹੈ। ਅਤੇ ਦੂਜੇ ਪਾਸੇ ਜੀਵਨ ਆ, ਮੇਰਾ ਜੀਵਨ ਲੈ ਲੈ। ਬੰਦੇ ਦੀ ਚੋਇਸ ਇਹੀ ਹੋਊਗੀ ਕਿ ਭਾਈ ਧਨ ਰਹਿਣ ਦੇ, ਜੇ ਕੋਈ ਮੰਗੇ ਉਹਦੇ ਕੋਲ ਚੋਰ ਲਟੇਰਾ ਕੁਛ ਵੀ ਧਨ ਦਊਂਗਾ ਜਾਂ ਜੀਵਨ ਦਊਂਗਾ, ਉਹਨਾਂ ਨਾਲ ਭਰਾਵਾ ਮੇਰਾ ਜੀਵਨ ਲੈ ਲਾ, ਧਨ ਰਹਿਣ ਦੇ। ਕਿਉਂ? ਕਿਉਂਕਿ ਧਨ ਬਹੁਤ ਔਖਾ ਬਣਿਆ, ਜੀਵਨ ਸਸਤਾ ਮਿਲ ਗਿਆ। ਹੁਣ ਇਹ ਜਿਹੜਾ ਜੀਵਨ ਸਸਤਾ ਮਿਲ ਗਿਆ, ਇਹ ਕਿਉਂ ਸਸਤਾ ਸਮਝਦਾ ਬੈਠਾ ਆ ਇਨਸਾਨ? ਕਿਉਂਕਿ ਇਹਨੂੰ ਮੁਫਤ 'ਚ ਮਿਲਿਆ, ਕੋਈ ਪੈਸਾ ਨਹੀਂ ਲੱਗਾ, ਇਹਨੂੰ ਮੁਫਤ 'ਚ ਜੀਵਨ ਮਿਲ ਗਿਆ। ਇਸ ਕਰਕੇ ਇਹ ਕਹਿੰਦਾ ਜੀ ਮੈਨੂੰ ਤਾਂ ਮੁਫਤ 'ਚ ਮਿਲ ਗਿਆ, ਇਹਦੀ ਕੀਮਤ ਨਹੀਂ ਪਾਉਂਦਾ। ਧਨ ਜਿਹੜਾ ਆ ਬੜੀ ਮੁਸ਼ਕਿਲ ਨਾਲ ਕਮਾਇਆ ਹੈ, ਬੜੀ ਮਿਹਨਤ ਨਾਲ ਜੋੜਿਆ ਹੈ। ਸੋ ਇਨਸਾਨ ਕਹਿੰਦਾ ਹੈ ਕਿ ਧਨ ਜਿਹੜਾ ਆ ਮੇਰਾ ਲੈ ਜਾ ਅਤੇ ਮੈਨੂੰ ਛੱਡ ਦੇ। ਜੇ ਇੱਕ ਚੂਜ਼ ਕਰਨਾ ਹੋਵੇ ਤਾਂ ਧਨ ਚਾਹੀਦਾ ਜਾਂ ਜੀਵਨ ਚਾਹੀਦਾ। ਮੰਨ ਲਓ ਮੇਰੇ ਵਰਗਾ ਇਨਸਾਨ ਕਹੂਗਾ ਜੀ ਮੇਰਾ ਜੀਵਨ ਲੈ ਲਾ, ਧਨ ਨਾਲ ਜਾਂ ਇਹ ਬੜੀ ਮੁਸ਼ਕਿਲ ਨਾਲ ਬਣਾਇਆ, ਮੇਰੀਆਂ ਪੀੜ੍ਹੀਆਂ ਦੇ ਬੱਚਿਆਂ ਦੇ ਕੰਮ ਆਊਗਾ, ਠੀਕ ਹੈ। ਸੋ ਪਰ ਸੋਚਣ ਵਾਲੀ ਗੱਲ ਆ ਵੀ ਜਿਹੜਾ ਜੀਵਨ ਆ ਇਹਨੂੰ ਇੰਨਾ ਸਸਤਾ ਕਿਉਂ ਸਮਝਿਆ ਜਾਂਦਾ? ਕਿਉਂਕਿ ਸਾਨੂੰ ਅਗਿਆਨਤਾ ਹੈ, ਸਾਡੇ ਮਨ 'ਤੇ ਪੜਦਾ ਪਿਆ ਹੈ, ਸਾਨੂੰ ਇਹ ਮੁਫਤ 'ਚ ਮਿਲੀ ਹੋਈ ਦਾਤ ਆ, ਅਸੀਂ ਇਹਦੀ ਕਦਰ ਨਹੀਂ ਪਾਉਂਦੇ। ਇਨਸਾਨੀ ਜੀਵਨ ਇਹ ਉਹਦੀ ਵੱਡੀ ਦਾਤ ਆ, ਜਿਹਦਾ ਪਹਿਲਾਂ ਵਿਚਾਰ ਕੀਤੀ ਆ ਕਿ ਜੇਕਰ ਪਰਮਾਤਮਾ ਚਾਹੁੰਦਾ ਕਿ ਮੈਂ ਇਸ ਜੀਵ ਨੂੰ ਦੁਨੀਆ 'ਤੇ ਨਾ ਭੇਜਾਂ ਤਾਂ ਦੱਸੋ ਕੀ ਹਰਜਾ ਹੋਣਾ ਸੀ? ਪਰਮਾਤਮਾ ਦਾ ਤਾਂ ਕੋਈ ਨੁਕਸਾਨ ਨਹੀਂ। ਮੰਨ ਲਓ ਮੈਨੂੰ ਦੁਨੀਆ 'ਤੇ ਨਾ ਭੇਜਦੇ ਤਾਂ ਪਰਮਾਤਮਾ ਦਾ ਕੋਈ ਨੁਕਸਾਨ ਨਹੀਂ, ਨੁਕਸਾਨ ਤਾਂ ਮੇਰਾ ਆ, ਮੇਰੀ ਜੀਵ ਆਤਮਾ ਦਾ। ਅਤੇ ਹੁਣ ਮੈਨੂੰ ਮਨੁੱਖਾ ਜਨਮ ਮਿਲਿਆ, ਇਹ ਉਹਦੀ ਦਾਤ ਆ। ਸੋ ਇਹਦੀ ਵੱਡੀ ਦਾਤ ਆ ਮਨੁੱਖਾ ਜਨਮ ਹਰ ਇੱਕ ਦੇ ਲਈ। ਅਤੇ ਜਿਤਨੇ ਉਹਨੇ ਅੰਗ ਪੈਰ ਲਾਏ ਆ, ਅੱਖਾਂ, ਕੰਨ, ਨੇਤਰ, ਹੋਰ ਕਿਦੀਆਂ ਦਾਤਾਂ ਬਖਸ਼ੀਆਂ, ਬੇਅੰਤ ਗਿਣੀਆਂ ਨਹੀਂ ਜਾ ਸਕਦੀਆਂ। ਕਦੇ ਡੂੰਘੇ ਵਿਚਾਰ 'ਚ ਜਾਇਓ ਤਾਂ ਬੰਦਾ ਸੋਚਦਾ ਵੀ ਜੀਵਨ ਬਹੁਤ ਵੱਡੀ ਚੀਜ਼ ਆ। ਉਹਦੀ ਕਿਰਪਾ ਨਾਲ ਹੀ ਸਵਾਸ ਚੱਲਦੇ ਆ, ਪ੍ਰਾਣ ਚੱਲਦੇ ਆ, ਜਦੋਂ ਮਰਜ਼ੀ ਖਿੱਚ ਸਕਦਾ, ਕਿਉਂਕਿ ਜਿਹੜਾ ਦੇਣ ਜਾਣਦਾ ਉਹ ਲੈਣ ਵੀ ਜਾਣਦਾ। ਸੋ ਇਹ ਦਾਤ ਬਹੁਤ ਵੱਡੀ ਆ। ਹੁਣ ਇਨਸਾਨ ਮੇਰੇ ਵਰਗਾ ਸੋਚਦਾ ਜੀ ਤੁਸੀਂ ਧਨ ਲੈ ਲਓ, ਮੇਰਾ ਜੀਵਨ ਨਹੀਂ, ਧਨ ਨਾ ਲਓ, ਜੀਵਨ ਲੈ ਲਓ, ਕਿਉਂਕਿ ਮੁਫਤ 'ਚ ਮਿਲਿਆ। ਚਾਹੀਦਾ ਤਾਂ ਇਹ ਆ ਕਿ ਧਨ ਦੀ ਕੋਈ ਅਹਿਮੀਅਤ ਨਹੀਂ ਹੈ। ਕਿਉਂ? ਕਿਉਂਕਿ ਇਹ ਕਮਾਇਆ ਹੋਇਆ ਆ, ਚਲੋ ਕੁਛ ਵੀ ਆ, ਬੜੀ ਮਿਹਨਤ ਨਾਲ ਕਮਾਇਆ ਹੋਵੇਗਾ, ਪਰ ਜਿਹੜਾ ਜੀਵਨ ਆ ਇਹ ਤੋਂ ਵੱਡੀ ਦਾਤ ਨਹੀਂ ਹੈ। ਸੋ ਹੁਣ ਹੋਣਾ ਕੀ ਚਾਹੀਦਾ ਆ? ਹੁਣ ਵਿਚਾਰ ਦਾ ਸਿੱਟਾ ਇਹ ਆ ਕਿ ਮਹਾਰਾਜ ਪਰਮਾਤਮਾ ਪਰਮੇਸ਼ਰ ਦੀਆਂ ਜੋ ਜੀਵਨ ਦਿੱਤਾ ਹੋਇਆ ਹੈ, ਜੋ ਦਾਤਾਂ ਉਹਦੀਆਂ ਦਿੱਤੀਆਂ ਹੋਈਆਂ, ਜੋ ਪ੍ਰਾਪਤ ਹੈ ਕਿਸੇ ਕੋਲ ਵੀ, ਅਤੇ ਉਹਦੀ ਪ੍ਰਾਰਥਨਾ ਕੀ ਹੋਣੀ ਚਾਹੀਦੀ ਆ? ਕਿ ਉਹ ਪ੍ਰਾਰਥਨਾ ਜਦੋਂ ਕਰਦਾ ਹੈ, ਇਨਸਾਨ ਪ੍ਰਾਰਥਨਾ ਕਰਦਾ ਹੈ, ਆਮ ਪ੍ਰਾਰਥਨਾ ਕੀ ਕੀਤੀ ਜਾਂਦੀ ਆ ਕਿ ਲਿਸਟ ਲੰਬੀ ਖੋਲ੍ਹ ਦਿੱਤੀ ਜਾਂਦੀ ਆ, ਜਿੱਥੇ ਵੀ ਮੱਥਾ ਟੇਕਣਾ ਮੈਨੂੰ ਆਹ ਮਿਲ ਜਾਏ, ਮੈਨੂੰ ਉਹ ਮਿਲ ਜਾਏ, ਮੇਰੇ ਆਹ ਕੰਮ ਹੋ ਜਾਣ, ਲੰਬੀਆਂ ਲਿਸਟਾਂ, ਦੁਨਿਆਵੀ ਪਦਾਰਥ ਅਤੇ ਹੋਰ ਕਈ ਕੁਛ ਇਨਸਾਨ ਮੇਰੇ ਵਰਗਾ ਮੰਗਦਾ। ਲੇਕਿਨ ਹੋਣਾ ਕੀ ਚਾਹੀਦਾ ਆ? ਜੋ ਲੈਣਾ ਚਾਹੁੰਦਾ ਹੈ ਉਹ ਇਹਦੀ ਪ੍ਰਾਰਥਨਾ 'ਚ ਨਹੀਂ ਹੋਣਾ ਚਾਹੀਦਾ। ਇਨਸਾਨ ਦੀ ਪ੍ਰਾਰਥਨਾ 'ਚ ਹੋਣਾ ਚਾਹੀਦਾ ਕਿ ਪਰਮੇਸ਼ਰ ਵਾਹਿਗੁਰੂ, ਤੁਸੀਂ ਜੋ ਕੁਛ ਵੀ ਮੈਨੂੰ ਦਿੱਤਾ ਹੈ ਅੱਜ ਤੱਕ, ਮਨੁੱਖਾ ਜਨਮ ਦਿੱਤਾ, ਅੱਖ, ਕੰਨ, ਨੇਤਰ, ਅੱਖ, ਕੰਨ, ਰਸਨਾ, ਜੋ ਵੀ
ਤੁਸੀਂ ਮੈਨੂੰ ਦਿੱਤਾ ਹੈ। ਤੁਹਾਡੀ ਕਿਰਪਾ ਨਾਲ ਸਰੀਰ ਚੱਲਦਾ ਹੈ, ਤੁਹਾਡੀ ਕਿਰਪਾ ਨਾਲ ਸਵਾਸ ਚੱਲਦੇ ਹਨ, ਪ੍ਰਾਣ ਚੱਲਦੇ ਹਨ। ਤੇਰਾ ਲੱਖ ਲੱਖ ਸ਼ੁਕਰਾਨਾ। ਸੋ ਇਨਸਾਨ ਦੀ ਮੁੱਖ ਪ੍ਰਾਰਥਨਾ ਜਿਹੜੀ ਆ ਉਹ ਪਰਮੇਸ਼ਰ ਵਾਹਿਗੁਰੂ ਨੂੰ ਇਹੀ ਹੋਣੀ ਚਾਹੀਦੀ ਹੈ ਕਿ ਉਹਦਾ ਹਰ ਵੇਲੇ ਸ਼ੁਕਰਾਨਾ ਤੇ ਧੰਨਵਾਦ। ਕਾਹਦੇ ਵਾਸਤੇ? ਜੋ ਕੁਛ ਮੈਨੂੰ ਪਰਮਾਤਮਾ ਨੇ ਇਹ ਦੁਨੀਆ ਦਿਖਾਈ ਆ, ਜੋ ਇਹ ਸਮਾਂ ਬਖਸ਼ਿਸ਼ ਕੀਤਾ, ਜੋ ਇਹ ਸਵਾਸ ਚੱਲਦੇ ਆ, ਜੋ ਇਹ ਮੈਨੂੰ ਦਾਤਾਂ ਦਿੱਤੀਆਂ, ਉਸ ਲਈ ਦਿਨ ਰਾਤ ਹਰ ਵੇਲੇ ਜਦੋਂ ਵੀ ਪ੍ਰਾਰਥਨਾ ਸ਼ੁਕਰਾਨੇ ਦੀ ਪ੍ਰਾਰਥਨਾ ਹੋਣੀ ਚਾਹੀਦੀ ਹੈ। ਜੋ ਕੁਛ ਮਿਲਿਆ ਉਹਦਾ ਸ਼ੁਕਰਾਨਾ, ਜੋ ਕੁਛ ਨਹੀਂ ਮਿਲਿਆ ਉਹਦੀ ਮੰਗ ਨਹੀਂ ਹੋਣੀ ਚਾਹੀਦੀ ਹੈ। ਹਟ ਰੋਮਿਓ, ਨਹੀਂ ਸ਼ਰਾਰਤ ਨਹੀਂ ਕਰਨੀ। ਅਤੇ ਉਹਦਾ ਹਰ ਵੇਲੇ ਸ਼ੁਕਰਾਨਾ ਧੰਨਵਾਦ ਹੋਣਾ ਚਾਹੀਦਾ। ਸੋ ਇਸ ਬਲੌਗ ਦੇ ਵਿੱਚ ਜੋ ਵਿਚਾਰ ਦਾ ਸਾਰ, ਜੋ ਦਾਸ ਦੀ ਸਮਝ 'ਚ ਆਇਆ ਹੈ, ਜਿਸ ਤਰ੍ਹਾਂ ਨਿੱਜੀ ਤੌਰ 'ਤੇ ਵਿਚਾਰ ਹਨ, ਹੋ ਸਕਦਾ ਕਿਸੇ ਨੂੰ ਅੱਛਾ ਨਾ ਲੱਗੇ ਤਾਂ ਮਾਫੀ ਚਾਹੁੰਦਾ ਹਾਂ। ਸੋ ਪ੍ਰਾਰਥਨਾ ਜਿਹੜੀ ਆ ਕਿਹੋ ਜਿਹੀ ਹੋਵੇ, ਇਹੀ ਵਿਸ਼ਾ ਆ। ਪ੍ਰਾਰਥਨਾ ਸ਼ੁਕਰਾਨੇ ਦੀ ਹੋਣੀ ਚਾਹੀਦੀ ਹੈ। ਪ੍ਰਾਰਥਨਾ 'ਚ ਵਾਹਿਗੁਰੂ ਪਰਮੇਸ਼ਰ ਦਾ ਧੰਨਵਾਦ ਹੋਣਾ ਚਾਹੀਦਾ ਹੈ, ਕੁਦਰਤ ਨਾਲ ਜੁੜਨਾ ਚਾਹੀਦਾ ਹੈ। ਜੇ ਮੈਂ ਅੱਜ ਇੱਥੇ ਨਾ ਹੁੰਦਾ, ਪਰਮਾਤਮਾ ਮੈਨੂੰ ਇਹ ਨया ਕੁਛ ਸਭ ਦਿਖਾੜਦਾ, ਮੈਂ ਤੁਹਾਡੇ ਨਾਲ ਕੀ ਵਿਚਾਰਾਂ ਕਰਨੀਆਂ ਸੀ। ਸੋ ਇਹ ਉਹਦੀ ਦਾਤ ਹੈ, ਉਸਨੇ ਸਮਾਂ ਬਖਸ਼ਿਸ਼ ਕੀਤਾ, ਉਸਨੇ ਕੁਦਰਤ ਬਖਸ਼ਿਸ਼ ਕੀਤੀ ਹੈ। ਠੀਕ ਆ। ਜੇ ਦਰਖਤ ਦੀ ਜੋਨ ਮਿਲੀ ਹੁੰਦੀ, ਪਤਾ ਨਹੀਂ ਕਿੰਨੇ ਸਾਲ ਇੱਦਾਂ ਹੀ ਖੜ੍ਹੇ ਰਹਿਣਾ ਸੀ ਦਰਖਤਾਂ ਵਾਂਗਰ, ਜਦ ਤੱਕ ਕੋਈ ਵੱਢਦਾ ਨਹੀਂ। ਸੋ ਇਹ ਮਨੁੱਖਾ ਜਨਮ ਦਿੱਤਾ ਆ, ਉਹਦੀਆਂ ਬੇਸ਼ਕੀਮਤੀ ਦਾਤਾਂ, ਜੋ ਦਾਤ ਆ ਮਨੁੱਖਾ ਜਨਮ, ਇਹਦੀ ਕਦਰ ਕਰਨੀ ਚਾਹੀਦੀ ਹੈ। ਮੇਰੇ ਖਿਆਲ 'ਚ ਜੇ ਕਿਸੇ ਨੂੰ ਇਸ ਵਿਚਾਰ ਮਨੁੱਖਾ ਜਨਮ ਦੀ ਦਾਤ ਦਾ ਪਤਾ ਲੱਗ ਜਾਏ ਨਾ, ਗਿਆਨ ਆ ਜਾਵੇ, ਮਾਲਕ ਵਾਹਿਗੁਰੂ ਸਭ ਨੂੰ ਸਮਤ ਬਖਸ਼ੇ। ਜੇ ਗਿਆਨ ਹੋ ਜਾਵੇ ਤਾਂ ਮੇਰੇ ਖਿਆਲ 'ਚ ਕੋਈ ਬੰਦਾ ਵੀ ਸੁਸਾਈਡ ਵੀ ਨਹੀਂ ਕਰੂਗਾ, ਆਤਮ ਹੱਤਿਆ ਵੀ ਨਹੀਂ ਕਰੂਗਾ, ਕਿਉਂਕਿ ਇਹ ਮਨੁੱਖਾ ਜਨਮ ਬਹੁਤ ਵੱਡਾ ਦਾਤ ਹੈ। ਸੋ ਸਭ ਲਈ ਸ਼ੁਭ ਇੱਛਾਵਾਂ, ਸਰਬੱਤ ਦਾ ਭਲੇ ਦੀ ਅਰਦਾਸ। ਪਰਮਾਤਮਾ ਵਾਹਿਗੁਰੂ ਸਭ ਨੂੰ ਸਮਤ ਬਖਸ਼ੇ, ਗਿਆਨ ਬਖਸ਼ੇ। ਅਤੇ ਤੁਹਾਡੇ ਨਾਲ ਵਿਚਾਰਾਂ ਕਰਕੇ ਬੜਾ ਦਿਲ ਖੁਸ਼ ਹੁੰਦਾ ਹੈ। ਅਤੇ ਆਸ ਆ ਸਾਰਿਆਂ ਨੂੰ ਗੱਲਾਂ ਬਾਤਾਂ ਕਰਕੇ, ਗੱਲਾਂ ਸੁਣ ਕੇ ਅੱਛਾ ਲੱਗੂਗਾ। ਅਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆ। ਸਾਰਿਆਂ ਦਾ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਆ। ਅਤੇ ਇੱਕ ਬੇਨਤੀ ਕਰਾਂਗਾ ਕਿ ਮੇਰਾ ਦਿਲ ਚਾਹੁੰਦਾ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰਨਾ ਚਾਹੁੰਦੇ ਸ਼ੇਅਰ ਵੀ ਕਰੋ। ਠੀਕ ਆ। ਅਤੇ ਲਾਈਕ ਬੇਸ਼ੱਕ ਨਾ ਕਰੋ, ਲਾਈਕ ਦੀ ਕੋਈ ਐਡੀ ਗੱਲ ਨਹੀਂ, ਅਤੇ ਲੇਕਿਨ ਵਿਚਾਰ ਸਬਸਕ੍ਰਾਈਬ ਜੇ ਅੱਛੇ ਲੱਗਦੇ ਆ ਸਬਸਕ੍ਰਾਈਬ ਕਰੋ। ਅਤੇ ਆਪਾਂ ਰਲ ਮਿਲ ਕੇ ਇੱਦਾਂ ਵਿਚਾਰਾਂ ਦੀਆਂ ਸਾਂਝਾ ਪਾਵਾਂਗੇ। ਤਾਂ ਮੈਨੂੰ ਬੜੀ ਖੁਸ਼ੀ ਹੋਈ ਤੁਹਾਡੇ ਨਾਲ ਗੱਲਾਂ ਕਰਕੇ। ਅਤੇ ਪ੍ਰਮਾਤਮਾ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ੇ, ਸਭ ਦੇ ਭਲੇ, ਸਰਬੱਤ ਦੇ ਭਲੇ ਦੀ ਅਰਦਾਸ ਹੈ। ਅਤੇ ਸਭ ਦਾ ਪ੍ਰਮਾਤਮਾ ਦਿਨ ਵਧੀਆ ਬੀਤੇ। ਸੋ ਅੱਜ ਦਾ ਐਤਵਾਰ ਦਾ ਦਿਨ 21 ਤਰੀਕ 11ਵਾਂ ਮਹੀਨਾ 2021। ਸੋ ਸੈਰ ਦੇ ਨਾਲ ਨਾਲ ਤੁਹਾਡੇ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ, ਅਤੇ ਮੈਨੂੰ ਵੀ ਖੁਸ਼ੀ ਹੋਈ ਆ। ਤੁਹਾਨੂੰ ਵੀ ਇਹ ਕੁਦਰਤੀ ਨਜ਼ਾਰੇ ਦੇਖ ਕੇ ਵਧੀਆ ਲੱਗਾ ਹੋਊਗਾ। ਅਤੇ ਗਾਹਾਂ ਭਵਿੱਖ 'ਚ ਵੀ ਤੁਹਾਨੂੰ ਵੱਖ ਵੱਖ ਸਥਾਨਾਂ ਦੇ ਜਿਹੜੇ ਅਸਥਾਨ ਬਸ ਵਿਚਾਰ ਸਾਂਝੀ ਕਰਾਂਗੇ। ਜਿਹੜੇ ਅਸਥਾਨ ਅੱਛੇ ਲੱਗਣਗੇ ਤੁਹਾਨੂੰ ਦਰਸ਼ਨ ਕਰਾਵਾਂਗੇ ਜਿੱਦਾਂ ਹੋ ਸਕੇ। ਤੋ ਜਿੰਨਾ ਕਿ ਸਮਾਂ ਦੇ ਪਾਉਣਾ ਇੰਨੇ ਕੇ ਲਈ, ਅਤੇ ਉਹ ਤਾਂ ਜ਼ਿਆਦਾ ਸਮਾਂ ਨਹੀਂ ਦੇ ਸਕਦਾ ਕੰਮਾਂ ਕਾਰਾਂ 'ਚ ਕਰਕੇ, ਹੈ ਨਾ। ਸੋ ਜਿਤਨੀ ਵੀ ਸਾਂਝ ਪਾਉਣਾ ਆ ਇਤਨੀ ਕਿ ਕਬੂਲ ਕਰਿਓ। ਸਾਰਿਆਂ ਨੂੰ ਸਲਾਮ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਪਿਆਰ ਭਰੀ ਸਰਬੱਤ ਦੇ ਭਲੇ ਦੀ ਅਰਦਾਸ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਸਭ ਦਾ ਭਲਾ ਕਰੇ।